गुड मॉर्निंग डियर स्टूडेंट्स। आवर नेक्स्ट एक्सरसाइज इज 6B। ओके, आप पहले की पढ़ चुके हैं लीनियर इनइक्वालिटीज़। ठीक है जी, कॉन्सैप्ट क्लीयर आ। ਲੀਨੀਅਰ ਇਨਇਕੁਐਲਿਟੀਜ਼ 6A ਐਕਸਰਸਾਈਜ਼ ਦੇ ਵਿੱਚ ਕਰਿਆ ਸੀ। ਹੁਣ ਨੈਕਸਟ ਆ ਗਿਆ ਗ੍ਰਾਫ ਔਨ ਐਨ ਇਨਇਕੁਐਲਿਟੀ। ਠੀਕ ਹੈ ਜੀ, 6.2 ਬਹੁਤ ਹੀ ਈਜ਼ੀ ਐਕਸਰਸਾਈਜ਼ ਆ। ਠੀਕ ਹੈ ਜੀ, ਇਹਦੇ ਵਿੱਚ ਕੀ ਬੋਲਿਆ ਕਿ ਆਪਾਂ ਨੂੰ ਕੀ ਹੋਊਗਾ, ਇਨਇਕੁਐਲਿਟੀਜ਼ ਗਿਵਨ ਹੋਣਗੀਆਂ। ਠੀਕ ਹੈ, ਇਨਇਕੁਏਸ਼ਨਸ ਦੈਨ ਫਿਰ ਕੀ ਆ ਕਿ ਉਹਨਾਂ ਨੂੰ ਆਪਾਂ ਜਸਟ ਕੀ ਆ ਗ੍ਰਾਫਿਕਲੀ ਸੋਲਵ ਆਊਟ ਕਰਨਾ ਆ, ਗ੍ਰਾਫਿਕਲੀ ਸ਼ੋ ਕਰਕੇ ਦਿਖਾਉਣਾ ਆ। ਹੁਣ ਆਪਾਂ ਬੇਸਿਕਸ ਕਰਦੇ ਹਾਂ। ਪਹਿਲਾਂ ਬੇਸਿਕਸ ਜਿਵੇਂ ਆਪਾਂ 6 ਇਹਦੇ ਵਿੱਚ ਕੀਤੇ ਸੀਗੇ, ਤਾਂ ਤੁਸੀਂ ਬੇਸਿਕਸ ਨੂੰ ਚੰਗੀ ਤਰ੍ਹਾਂ ਨਾਲ ਸਮਝਣਾ ਆ। ਠੀਕ ਹੈ ਜੀ, ਧਿਆਨ ਨਾਲ ਦੇਖਣਾ ਆ, ਫਿਰ ਤੁਹਾਡੀ ਐਕਸਰਸਾਈਜ਼ ਦੇ ਸਮ ਪ੍ਰੋਪਰਲੀ ਈਜ਼ੀਲੀ ਸੋਲਵ ਹੋ ਜਾਣਗੇ। ਠੀਕ ਹੈ ਜੀ, ਮੈਥਡ ਚੰਗੀ ਤਰ੍ਹਾਂ ਸਮਝਣਾ। ਹੁਣ ਪਹਿਲੀ ਗੱਲ, ਇਨਇਕੁਐਲਿਟੀ ਤੋਂ ਪਹਿਲਾਂ ਆ ਜਾਓ, ਇਹਨੂੰ ਬੋਲਦੇ ਆ ਇਨਇਕੁਏਸ਼ਨਸ। ਠੀਕ ਹੈ ਜੀ, ਗ੍ਰੇਟਰ ਦੈਨ ਜਾਂ ਫਿਰ ਲੈਸ ਦੈਨ ਇਜ਼ ਇਕੁਅਲ ਟੂ ਦਾ ਸਾਈਨ ਲੱਗ ਜਾਂਦਾ ਸੀਗਾ। ਬਟ ਤੁਸੀਂ ਜਿਹੜੇ 10th ਕਲਾਸ ਦੇ ਵਿੱਚ ਪਹਿਲਾਂ ਇੱਕ ਵਾਰੀ ਆਪਾਂ ਕੌਨਸੈਪਟ ਦੇਖ ਲੈਂਦੇ ਹਾਂ। ਤੁਸੀਂ 9th ਔਰ 10th ਦੇ ਵਿੱਚ ਕੀ ਪੜ੍ਹਿਆ ਸੀ, ਇਕੁਏਸ਼ਨ ਆਫ ਗ੍ਰਾਫਿਕਲੀ। ਯਾਦ ਆ ਸਭ ਨੂੰ? ਇਸ ਚੈਪਟਰ ਵਿੱਚ ਆਪਾਂ ਨੂੰ ਇਨਇਕੁਏਸ਼ਨਸ ਦੀ ਗੱਲ ਕਰਦਾ ਹੈ ਨਾ, ਬਟ ਤੁਸੀਂ 10th 'ਚ ਕੀ ਪੜ੍ਹਿਆ ਸੀਗਾ, ਇਕੁਏਸ਼ਨ ਆਫ ਗ੍ਰਾਫਿਕਲੀ। ਇਕੁਏਸ਼ਨ ਆਫ ਗ੍ਰਾਫਿਕਲੀ ਕਿਸ ਤਰ੍ਹਾਂ ਹੁੰਦਾ ਸੀਗਾ। ਸਪੋਜ਼ ਆਪਣੇ ਕੋਲ ਕੋਈ ਵੀ ਐਗਜ਼ਾਮਪਲ ਗਿਵਨ ਆ ਹੋ ਗਈ ਇਕੁਏਸ਼ਨ। ਮੈਂ ਦੱਸਿਆ ਸੀ ਨਾ, ਜਿਹਦੇ ਵਿੱਚ ਇਜ਼ ਇਕੁਅਲ ਟੂ ਦਾ ਸਾਈਨ ਆ ਜਾਵੇ ਉਹ ਕੀ ਹੋ ਜਾਂਦੀ ਆ, ਇਕੁਏਸ਼ਨ। ਠੀਕ ਹੈ ਜੀ, ਜਿਹਦੇ ਵਿੱਚ ਲੈਸ ਦੈਨ ਗ੍ਰੇਟਰ ਦੈਨ ਦੇ ਸਾਈਨ ਆ ਜਾਣ ਉਹ ਕੀ ਹੁੰਦੀ ਆ, ਇਨਇਕੁਏਸ਼ਨ। ਠੀਕ ਹੈ ਜੀ, ਹੁਣ ਅਗਰ ਉਹ ਤੁਹਾਨੂੰ ਬੋਲਦਾ ਕਿ ਇਸ ਇਕੁਏਸ਼ਨ ਨੂੰ ਤੁਸੀਂ ਗ੍ਰਾਫਿਕਲੀ ਸੋਲਵ ਆਊਟ ਕਰਨਾ ਆ। ਆਪਾਂ ਇਕੁਏਸ਼ਨ ਵਾਲਾ 10th ਵਾਲਾ ਕਨਸੈਪਟ ਕਰ ਰਹੇ ਹਾਂ, 9th 10th 'ਚ ਜਿਹੜਾ ਤੁਸੀਂ ਕੀਤਾ ਸੀ। ਗ੍ਰਾਫ ਗਿਵਨ ਹੁੰਦਾ ਸੀਗਾ। ਠੀਕ ਹੈ ਜੀ, ਤੁਸੀਂ ਇਹਨੂੰ ਇੱਦਾਂ ਕਿੱਦਾਂ ਸੋਲਵ ਕਰਦੇ ਹੁੰਦੇ ਸੀਗੇ, ਤੁਸੀਂ ਐਕਸ ਦੀਆਂ ਵੈਲਿਊਜ਼ ਪੁੱਟ ਕਰਦੇ ਹੁੰਦੇ ਸੀਗੇ, ਇੱਕ ਟੇਬਲ ਬਣਾ ਲੈਂਦੇ ਹੁੰਦੇ ਸੀਗੇ। ਠੀਕ ਹੈ ਜੀ, ਐਕਸ ਦੀ ਵੈਲਿਊ ਤੁਸੀਂ ਪੁੱਟ ਕਰਦੇ ਸੀ, ਵਾਈ ਦੀ ਵੈਲਿਊ ਤੁਹਾਡੇ ਕੋਲ ਆਪਣੇ ਆਪ ਆ ਜਾਂਦੀ ਸੀ। ਹੁਣ ਕੀ ਕੀਤਾ, ਮੈਂ ਪੁੱਟ ਕੀਤਾ ਐਕਸ 0। ਠੀਕ ਹੈ ਜੀ, ਇਨ ਇਕੁਏਸ਼ਨ 1 ਤੋਂ ਕੀ ਬਣ ਗਿਆ, 6 0 + 2y ਇਜ਼ ਇਕੁਅਲ ਟੂ 8। ਆਹ ਟਰਮ ਹੋ ਗਈ 0 + 2y ਇਜ਼ ਇਕੁਅਲ ਟੂ 8। ਹੁਣ ਮੇਰੇ ਕੋਲ ਕਿੰਨੀ ਆਈ, 2y ਇਜ਼ ਇਕੁਅਲ ਟੂ 8, y ਇਜ਼ ਇਕੁਅਲ ਟੂ 8/2। ਆਂਸਰ ਕੱਟ ਕੇ 4। ਮਤਲਬ ਜਦੋਂ ਮੈਂ x 0 ਰੱਖੀ, y ਦਾ ਆਂਸਰ ਕਿੰਨਾ ਆ ਗਿਆ ਜੀ, 4। ਠੀਕ ਹੈ ਜੀ, ਹੁਣ ਅਗਰ ਮੈਂ x ਨੂੰ 1 ਪੁੱਟ ਕਰਦਾ, ਦੈਨ ਫਿਰ ਪੁੱਟ ਕਰ ਦਿਓ ਇਕੁਏਸ਼ਨ ਦੇ ਵਿੱਚ, ਕਿੰਨਾ ਹੋ ਗਿਆ, 6 + 2y ਇਜ਼ ਇਕੁਅਲ ਟੂ 8। ਕੌਂਸਟੈਂਟ ਵਾਲੀਆਂ ਅਲੱਗ ਕਰ ਦਿਓ, ਪੋਜ਼ੀਟਿਵ ਦਾ 6 ਉੱਧਰ ਜਾ ਕੇ ਨੈਗੇਟਿਵ ਦਾ 6। ਠੀਕ ਹੈ ਜੀ, ਕੀ ਬਣ ਗਿਆ, 2y ਇਜ਼ ਇਕੁਅਲ ਟੂ 8 ਚੋਂ 6 ਗਏ 2, y ਇਜ਼ ਇਕੁਅਲ ਟੂ 2/2 ਕੈਂਸਲ ਹੋ ਕੇ 1। ਤਾਂ ਜਦੋਂ x ਦੀ ਵੈਲਿਊ 1 ਸੀ, y ਦੀ ਵੈਲਿਊ ਵੀ ਕਿੰਨੀ ਆ ਗਈ ਆਪਣੇ ਕੋਲ, 1। ਠੀਕ ਹੈ ਜੀ, ਯਾਦ ਆ ਇਹ ਸਾਰਾ ਤੁਹਾਡਾ 10th ਦਾ ਸੀਗਾ। ਫਿਰ ਤੁਸੀਂ ਇੱਥੇ ਤੁਹਾਡਾ ਹੋ ਜਾਂਦਾ ਸੀਗਾ 0 0 ਪੁਆਇੰਟ। ਠੀਕ ਹੈ ਜੀ, 1 2 3 4 ਆ ਕੀ ਹੁੰਦੀ ਸੀ, ਐਕਸ ਐਕਸਿਸ ਵਾਈ ਐਕਸਿਸ। ਠੀਕ ਹੈ ਜੀ, 1 2 3 4। ਤਾਂ ਫਸਟ ਕੀ ਹੈ, ਐਕਸਿਸ 0 ਬਾਈ 4, ਐਕਸਿਸ 0 ਬਾਈ 4, ਇੱਕ ਤਾਂ ਆਹ ਵਾਲਾ ਪੁਆਇੰਟ ਆ ਜਾਊਗਾ। ਦੈਨ ਦੂਸਰਾ ਕੀ ਆ, 1 1 1 1। ਠੀਕ ਹੈ ਜੀ, ਤੁਹਾਡੇ ਕੋਲ ਫਿਰ ਤੁਸੀਂ ਕੀ ਕਰਦੇ ਹੁੰਦੇ ਸੀ, ਲਾਈਨਸ ਮੈਚ ਕਰ ਦਿੰਦੇ ਹੁੰਦੇ ਸੀਗੇ, ਪੁਆਇੰਟਸ ਨੂੰ ਮੈਚ ਕਰ ਦਿੰਦੇ ਹੁੰਦੇ ਸੀ, ਲਾਈਨ ਬਣ ਜਾਂਦੀ ਸੀ। ਸੇਮ ਇਹ ਤਾਂ ਤੁਹਾਡੇ ਸਿੰਪਲ ਗ੍ਰਾਫਿਕਲ ਸੀ। ਠੀਕ ਹੈ ਜੀ, ਜਾਂ ਫਿਰ ਤੁਸੀਂ ਕੀ ਕਰਦੇ ਸੀ, ਇੱਥੇ ਐਕਸ ਦੀ ਵੈਲਿਊ ਪੁੱਟ ਕਰਨ ਦੀ ਜਗ੍ਹਾ ਤੁਸੀਂ ਵਾਈ ਦੀ ਵੈਲਿਊ ਪੁੱਟ ਕਰ ਦਿੰਦੇ ਸੀ। ਵਾਈ ਨੂੰ 0 ਪੁੱਟ ਕਰੋ, ਆਪਣੇ ਕੋਲ ਐਕਸ ਦਾ ਆਂਸਰ ਨਿਕਲ ਜਾਣਾ ਸੀ। ਵਾਈ ਨੂੰ 1 ਪੁੱਟ ਕਰੋ, ਆਪਣੇ ਕੋਲ ਐਕਸ ਦਾ ਆਂਸਰ ਨਿਕਲ ਜਾਣਾ ਸੀ। ਠੀਕ ਹੈ ਜੀ, ਸੇਮ ਕੌਨਸੈਪਟ ਆ। ਠੀਕ ਆ, ਬਟ ਇਹ ਕੀ ਸੀ, ਆਹ ਸਾਰਾ ਗ੍ਰਾਫ ਜਿਹੜਾ ਆਪਾਂ ਕੀਤਾ ਆ, ਇਹ ਇਕੁਏਸ਼ਨ ਦਾ ਆ, ਇਕੁਏਸ਼ਨ ਆਫ ਗ੍ਰਾਫਿਕਲੀ, ਮਤਲਬ ਜਿਹਦੇ ਵਿੱਚ ਇਜ਼ ਇਕੁਅਲ ਟੂ ਦਾ ਸਾਈਨ ਆਉਂਦਾ ਆ। ਠੀਕ ਹੈ ਜੀ, ਹੁਣ ਦੇਖੋ, ਹੁਣ ਆਪਾਂ ਗੱਲ ਕਿਹੜੀ ਕਰਨੀ ਆ, ਇਨਇਕੁਏਸ਼ਨ ਦੀ। ਇਨਇਕੁਐਲਿਟੀ ਦੇ ਵਿੱਚ ਕੀ ਆਉਂਦੀਆਂ ਆਪਣੇ ਕੋਲ, ਇਨਇਕੁਏਸ਼ਨਸ। ਹੁਣ ਉਹਨਾਂ ਦੇ ਗ੍ਰਾਫ ਕਿੱਦਾਂ ਆਉਣਗੇ। ਠੀਕ ਆ, ਇਕੁਏਸ਼ਨ ਦਾ ਗ੍ਰਾਫ ਤਾਂ ਸਭ ਨੂੰ ਆ ਗਿਆ, 10th ਵਾਲਾ ਸਾਰਿਆਂ ਨੂੰ ਕਨਸੈਪਟ ਯਾਦ ਆ ਗਿਆ ਹੋਣਾ ਕਿ ਇਕੁਏਸ਼ਨ ਦਾ ਗ੍ਰਾਫ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੁੰਦੇ ਸੀਗੇ। ਠੀਕ ਹੈ ਜੀ, ਹੁਣ ਆ ਗਿਆ ਇਨਇਕੁਏਸ਼ਨ। ਤਾਂ ਇਨਇਕੁਏਸ਼ਨ ਦਾ ਦੇਖਦੇ ਹਾਂ। ਹੁਣ ਇਨਇਕੁਏਸ਼ਨ ਦੇਖੋ, y + 8 ਗ੍ਰੇਟਰ ਦੈਨ ਇਕੁਅਲ ਟੂ 2x। ਆਹ ਵਾਲਾ ਸਾਈਨ ਆ ਗਿਆ, ਇਟ ਮੀਨਸ ਕਿਆ, ਇਨਇਕੁਐਲਿਟੀ ਆ ਗਈ। ਇਹ ਇਕੁਏਸ਼ਨ ਕਿਹੜੀ ਹੋ ਗਈ, ਇਨਇਕੁਏਸ਼ਨ। ਠੀਕ ਹੈ ਜੀ, ਹੁਣ ਦੇਖੋ ਉਹਨਾਂ ਨੇ ਬੋਲਿਆ ਕੀ ਆ ਕਿ y + 8 ਆ ਜਿਹੜਾ, ਉਹ 2x ਤੋਂ ਗ੍ਰੇਟਰ ਆ ਜਾਂ ਫਿਰ 2x ਦੇ ਇਕੁਅਲ ਆ। ਇਹੀ ਕਹਿਣਾ ਚਾਹਿਆ ਉਹਨੇ। ਠੀਕ ਹੈ ਜੀ, ਹੁਣ ਆਪਾਂ ਕੀ ਕਰਾਂਗੇ, y ਨੂੰ ਲਵਾਂਗੇ, y ਪੁੱਟ ਕਰਾਂਗੇ, x ਦੀ ਵੈਲਿਊ ਕੱਢ ਲਾਂਗੇ, ਦੈਨ x ਪੁੱਟ ਕਰਾਂਗੇ, y ਦੀ ਵੈਲਿਊ ਕੱਢ ਲਾਂਗੇ। ਇਹੀ ਕਨਸੈਪਟ ਆ। ਠੀਕ ਹੈ ਜੀ, ਜੋ ਈਜ਼ੀ ਆ।
चलिए स्टार्ट करो। ਹੁਣ ਇਹ ਪੰਗਾ ਇਹ ਆ ਕਿ ਤੁਸੀਂ ਜਦੋਂ ਵੀ ਗ੍ਰਾਫ ਆਫ ਐਨ ਇਨਇਕੁਐਲਿਟੀ ਕਰਨੀ ਹੈ ਨਾ ਇਨਇਕੁਏਸ਼ਨ ਦੇ ਵਿੱਚ, ਤੁਸੀਂ ਹਰ ਗੱਲ ਨੂੰ ਥਿਓਰੈਟੀਕਲ ਪੋਰਸ਼ਨ ਨੂੰ ਪ੍ਰੋਪਰਲੀ ਲਿਖ ਕੇ ਆਉਣਾ। ठीक है जी, कोई भी लाइन स्किप नहीं करनी, कोई भी पॉइंट स्किप नहीं करना। ठीक है जी, और बहुत ईजी एक्सरसाइज है ये। चलिए फर्स्ट ऑफ ऑल की है मेरे को y प्लस 8 ग्रेटर दैन और इज इक्वल टू 2, बट हुण मैं ये पॉइंट्स फाइंड करने हैं। तो पॉइंट्स फाइंड करने लिए आप सब तो पहले की करांगे, y प्लस 8 इज इक्वल टू 2x करांगे ग्रेटर दैन इक्वल टू। ठीक है जी, तो लिखो फर्स्ट ऑफ ऑल we draw the graph of, पहलो ग्राफ किहदा बनावांगे, ऑफकोर्स इक्वेशन का, आ वाली इन इक्वेशन आ। ठीक है, आपां किहदा ग्राफ बनावांगे, पहलो इक्वेशन का। तो उहदे लई किहदा इक्वेशन लिखनी पैनी, y प्लस 8 इक्वेशन की किहदा लिखी सी इज इक्वल टू 2x, इहदी लिखदी सी इक्वेशन 1 दे दो, इक्वेशन नंबर 2 दे दो। ठीक है जी, हुण आपां की करदे आ, ग्राफ ड्रॉ करना है। ग्राफ ड्रॉ करना पहले ये पॉइंट्स लैने पैणगे। तो आप फर्स्ट पॉइंट की चुकते हैं, लिखो लाइन, अगर वो एक्स एक्सिस से आ तो फिर वाई अपना की हो जाऊगा 0, दैन इट मीट एक्स एक्सिस वेयर जिथे वाई की होगा अपना 0। ठीक है जी, एक्स एक्सिस आप की ले लिया वाई 0, इट मीनस की हो गया पुटिंग y इज इक्वल टू 0 इन इक्वेशन 2। सैकेंड इक्वेशन के y की वैल्यू कितनी पुट कर दो 0, प्लस 8 इज इक्वल टू 2x, 8 इज इक्वल टू 2x, x की वैल्यू फाइंड करी ना 8/2, उधर मल्टीप्लाई से दूसरी साइड जाके की हो गया जी डिवाइड, कैंसल करके कितना हो गया, x की वैल्यू कितनी आ गई जी इत्थे 4, x की वैल्यू मेरे को कितनी आ गई 4, मतलब मेरे को पॉइंट किहड़ा बन गया एक्स एक्सिस का, आप एक्स एक्सिस से मीट करवाया, y 0 और x 4, तो इन्हों नाम दे दो पॉइंट ए, की हो गया 4 0। ठीक है जी, अपने को दे होंगे ना एक्स वाई यही होंगे, तो एक्स पहले वाला वाई सैकेंड वाला कोऑर्डिनेट, तो की हो गया एक्स की वैल्यू कितनी आई मेरे को 4, दैन वाई की आप वैल्यू कितनी रखी सी 0, एक पॉइंट आ गया, इन्ना आ गया। हुण की है सैकेंड आ जाओ, ये तो हो गया वाई एक्स सॉरी एक्स एक्सिस का, सैकेंड आप की कर लें वाई एक्सिस से मीट करवा दें, इट मीट्स वाई एक्सिस वेयर उत्थे फिर एक्स कितना हो जाऊगा 0, इत्थे वाई 0 हो गया सी, दैन इत्थे की हो जाऊगा एक्स 0 हो जाऊगा, दैन की आ पुटिंग एक्स इज इक्वल टू 0 इन इक्वेशन 2। ठीक है, इक्वेशन की बोलती सी वाई प्लस 8 इज इक्वल टू 2x, एक्स की वैल्यू कितनी होगी 0, वाई प्लस 8 2 इंटू 0 0। ठीक है जी, दैन वाई की वैल्यू फिर कितनी आ गई पॉजिटिव साइड, दूसरी साइड जाके नैगेटिव साइड। हुण मेरे को इत्थे बी पॉइंट कितना आया, एक्स कितनी है 0, दैन वाई की वैल्यू कितनी है -8, वी का कोऑर्डिनेट किहड़ा है 0 एंड -8। इन्ना समझ लग गया। ठीक है जी, इन्ना समझ लग गया। अपने को 2 पॉइंट आ गया, एक एक्स एक्सिस तो आप वाई 0 पुट किया, दैन वाई एक्सिस से आप एक्स 0 पुट करके 2 पॉइंट्स ले लै। ठीक है, हुण इहदे विच की आ जिहड़ा इनइक्वैलिटी वाला आ, देखो अपने को ग्राफ बन गया। हुण पॉइंट्स में मैच करो, मेरा फर्स्ट पॉइंट की है 4 और 0, मतलब कि है एक्स 4 दैन वाई 0, 4 0 वाला इत्थे बन गया। ठीक है जी, इत्थे बन गया मेरे को। दैन सैकेंड किहड़ा है 0 और -8, मतलब एक्स 0 दैन वाई का पॉइंट कितना है जी -8। ठीक है, पहलो की सी मेरा 4 0 एक्स 4 वाई 0, दैन नैक्सट की हो गया एक्स 0 वाई कितना -8, मतलब मेरे को 2 पॉइंट आ गए, 2 पॉइंट आ गए जी, मैच करवा दो प्रॉपरली। तुसीं स्केल ना बनाना, और सारिਆਂ ने ग्राफ ऑलवेज पेंसिल नाल ही बनाना है। ठीक है, जितों तुहाडी स्ट्रेट स्केल दे नाल तुहाडी स्ट्रेट लाइन बन जूगी। इन्ना हो गया, इत्थों तक तो हो गया ना। ठीक है जी, ठीक है, ये तो हो गया इनइक्वेशन का। इनइक्वेशन का इन्ना तुसीं देखिया होना कि इक्वेशन वांगू ही हजे ग्राफ बनया है। हुण आ गया मेन पॉइंट स्टार्टिंग, मतलब जी हुण मेन स्टार्टिंग हो ही रही है इनइक्वेशन की ग्राफ की जी चलनी आ। तो हुण ध्यान नाल समझियो, आप हुण इत्थे कोई भी एक पॉइंट लेना है। ठीक है जी, कोई भी पॉइंट लेना, इस लाइन ते नहीं लेना, जां तो तुसीं इस लाइन तो इधरली साइड ले लो,
कोई भी पॉइंट, ਜਾਂ ਫਿਰ ਇਸ ਲਾਈਨ ਤੋਂ ਇੱਧਰਲੀ ਸਾਈਡ ਲੈ ਲਓ। ਠੀਕ ਹੈ ਜੀ, ਆਲਵੇਜ਼ ਇਸ ਲਾਈਨ ਦੇ ਉੱਪਰ ਕਦੇ ਨਹੀਂ ਪੁਆਇੰਟ ਆਊਗਾ। ਠੀਕ ਹੈ ਜੀ, ਹੁਣ ਇੱਧਰਲੀ ਸਾਈਡ ਆਪਾਂ ਲੈਣ ਲੱਗੇ ਹਾਂ। ਸਭ ਤੋਂ ਪਹਿਲਾਂ ਨਾ ਸਾਰੇ ਮੋਸਟ ਆਫ ਕਿਹੜੇ ਚੁੱਕਦੇ ਆ? 0 0। ਕੋਆਰਡੀਨੇਟ ਜਿਹੜਾ ਪੁਆਇੰਟ ਦਾ ਚੱਕਣਾ ਉਹ ਕਿਹੜਾ ਚੁੱਕਦੇ ਆ? 0 0। ਕਿਉਂ? ਕਿਉਂਕਿ ਉਹ ਬਹੁਤ ਈਜ਼ੀ ਆ। ਐਕਸ ਵੀ 0 ਵਾਈ ਵੀ 0, ਬਹੁਤ ਈਜ਼ੀ ਹੈ ਨਾ। ਤੁਸੀਂ ਕਿਸੇ 'ਚ ਵੀ ਪੁੱਟ ਕਰ ਦਿਓ ਐਕਸ ਵੀ 0 ਵਾਈ ਵੀ 0, ਝੱਟ ਆਨਸਰ ਆ ਜਾਣਾ ਹੈ। ਠੀਕ ਹੈ ਜੀ, ਤਾਂ ਆਪਾਂ ਕੀ ਕਰਾਂਗੇ? ਆਪਾਂ ਇੱਥੇ ਤੁਸੀਂ ਮੋਸਟ ਆਫ 0 0 ਹੀ ਲਓਗੇ। ਠੀਕ ਹੈ ਜੀ, ਕਿਉਂ? ਕਿਉਂਕਿ ਉਹਦੇ ਨਾਲ ਤੁਹਾਡਾ ਆਨਸਰ 0 ਹੋ ਜਾਂਦਾ। ਅਗਰ ਤੁਹਾਡੀ ਵਿਸ਼ ਆ ਕਿ ਨਹੀਂ ਅਸੀਂ 0 0 ਨਹੀਂ ਲੈਣਾ, ਅਸੀਂ ਕੋਈ ਹੋਰ ਪੁਆਇੰਟ ਲੈਣਾ ਆ, -2 +2 ਲੈਣਾ, ਲੈ ਲਓ ਬਈ। ਠੀਕ ਹੈ ਜੀ, -4 ਲੈਣਾ ਆ ਜਾਂ ਇੱਧਰ 6 ਲੈਣਾ ਹੈ, ਲੈ ਲਓ, ਕੋਈ ਚੱਕਰ ਨਹੀਂ ਆ। ਅਗਰ ਤੁਸੀਂ ਇੱਧਰੋਂ ਵੀ ਪੁਆਇੰਟ ਲੈਣੇ ਆ ਫਿਰ ਲੈ ਸਕਦੇ ਹੋ। ਠੀਕ ਆ, ਬਟ ਆਪਾਂ 0 0 ਕਿਉਂ ਲੈ ਰਹੇ ਹਾਂ? ਕਿਉਂਕਿ 0 0 ਬਹੁਤ ਈਜ਼ੀ ਵੈਲਿਊ ਦੇ ਰਿਹਾ ਆ। ਠੀਕ ਹੈ ਜੀ, ਇਸ ਲਈ ਤੁਸੀਂ ਸਾਰਾ ਥਿਓਰੈਟੀਕਲ ਪੋਰਸ਼ਨ ਲਿਖਣਾ ਹੀ ਲਿਖਣਾ ਹੈ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ। ਠੀਕ ਹੈ ਜੀ, ਚਲੋ ਹੁਣ ਆਪਾਂ ਲਿਖਦੇ ਹਾਂ। ਦੇਖੋ ਆਪਾਂ 0 0 ਲੈਣ ਲੱਗੇ ਹਾਂ। ਨਾਓ ਪੁੱਟ 0 0 ਇਨ ਗਿਵਨ ਇਨਇਕੁਏਸ਼ਨ। ਆਪਾਂ ਨੂੰ ਇਨਇਕੁਏਸ਼ਨ ਗਿਵਨ ਆ ਐਂਡ determine if this point satisfy given inequation। ਆਪਾਂ ਨੂੰ ਜਿਹੜੀ ਇਨਇਕੁਏਸ਼ਨ ਗਿਵਨ ਆ, ਠੀਕ ਹੈ ਜੀ, ਆਪਾਂ ਉਹਦੇ ਵਿੱਚ 0 0 ਪੁਆਇੰਟ ਪੁੱਟ ਕਰਨ ਲੱਗੇ ਹਾਂ। ਤਾਂ ਆਪਾਂ ਇਹ ਦੇਖਣਾ ਕਿ ਆਪਾਂ ਨੂੰ ਸੈਟਿਸਫਾਈ ਕਰਦਾ ਮੇਰੀ ਇਕੁਏਸ਼ਨ ਨੂੰ ਜਾਂ ਨਹੀਂ ਕਰਦਾ। ਠੀਕ ਹੈ ਜੀ, ਪੁੱਟ ਕਰਕੇ ਦੇਖੋ। ਅਗਰ ਸੈਟਿਸਫਾਈ ਕਰਦਾ ਆ ਇਹਦਾ ਮਤਲਬ ਕੀ ਆ? ਟਰੂ ਆ। ਅਗਰ ਸੈਟਿਸਫਾਈ ਨਹੀਂ ਕਰਦਾ, ਆਨਸਰ ਇਜ਼ ਫॉल्स। ਸੈਟਿਸਫਾਈ ਮਤਲਬ ਮੇਰੀ ਇਨਇਕੁਏਸ਼ਨ ਲਿਖਿਆ ਨਾ ਮੈਂ, ਤਾਂ ਤੁਸੀਂ ਇਕੁਏਸ਼ਨ 'ਚ ਨਹੀਂ, ਤੁਸੀਂ ਇਨਇਕੁਏਸ਼ਨ 'ਚ ਪੁੱਟ ਕਰਨਾ ਆ। ਠੀਕ ਹੈ ਜੀ, ਤਾਂ ਇਨਇਕੁਏਸ਼ਨ 'ਚ ਆਪਾਂ ਮੈਂ 0 0 ਲਿਆ ਪੁਆਇੰਟ। ਠੀਕ ਹੈ ਜੀ, ਪੁੱਟ ਕਰਨ ਲੱਗਿਆ। ਮੇਰੀ ਇਨਇਕੁਏਸ਼ਨ ਕੀ ਸੀ? y + 8 > 2x। x ਵੀ 0, ਆਹ ਵਾਲਾ ਕੀ ਪੁਆਇੰਟ ਹੁੰਦਾ? x। ਦੈਨ ਆ ਕੀ ਹੁੰਦਾ? y ਦਾ ਕੋਆਰਡੀਨੇਟ। ਠੀਕ ਹੈ ਜੀ, ਤਾਂ ਕੀ ਹੋ ਗਿਆ? ਪੁੱਟ ਕਰੋ y 0 + 8 > 2 0। ਇੱਧਰ ਕਿੰਨਾ ਆ ਗਿਆ? 8 > 2 × 0 0। ਹੁਣ ਮੈਨੂੰ ਦੱਸੋ ਜਿਹੜਾ ਮੇਰਾ 8 ਆ ਉਹ greater than 0 or equal to 0 ਆ ਸਕਦਾ? ਯੈਸ, ਟਰੂ। greater than 0 ਮਾਈਨਸ 'ਚ ਤਾਂ ਨਹੀਂ ਨਾ ਟਰਮ ਆਈ, ਪੋਜ਼ੀਟਿਵ ਆਈ ਹੈ, ਮਤਲਬ 0 ਤੋਂ 8 ਵੱਡਾ ਹੀ ਹੋਊਗਾ। ਠੀਕ ਹੈ ਜੀ, ਇਹਦਾ ਮਤਲਬ ਕੀ ਆ ਕਿ ਮੇਰੀ ਕੀ ਆ ਇਹ ਵਾਲੀ ਇਕੁਏਸ਼ਨ ਕੀ ਹੋ ਜੂਗੀ ਫਿਰ? ਟਰੂ। ਕਿ ਜੋ ਆਪਾਂ ਚੱਲਦੀ ਆਈ ਉਹਨਾਂ ਨੇ ਜੋ ਬੋਲਿਆ ਕਿ y + 8 > 2x ਆ, ਤਾਂ y + 8 > 2x ਹੀ ਆ। ਜਦੋਂ ਉਹਦੇ ਵਿੱਚ ਮੈਂ ਕੋਆਰਡੀਨੇਟਸ ਪੁੱਟ ਕਰਵਾਏ, x ਦੇ ਕੋਆਰਡੀਨੇਟ 0, y ਦਾ ਕੋਆਰਡੀਨੇਟ 0, ਦੈਨ ਆਨਸਰ ਇਜ਼ 8 > 0 ਵਿਚ ਇਜ਼ ਟਰੂ। ਕਿਉਂਕਿ ਇਹਦੇ ਵਿੱਚ ਅਗਰ ਮੇਰਾ ਇੱਥੇ -8 ਆ ਜਾਂਦਾ ਦੈਨ ਉਹ > 0 ਬੋਲਦੇ, ਤਾਂ ਆਨਸਰ ਇਜ਼ ਫॉल्स। ਕਿਉਂਕਿ ਮਾਈਨਸ ਵਾਲੀ ਟਰਮ 0 ਤੋਂ ਥੋੜ੍ਹੀ ਨਾ ਵੱਡੀ ਹੁੰਦੀ ਆ, ਬਟ ਪੋਜ਼ੀਟਿਵ ਵਾਲੀ ਟਰਮ 0 ਤੋਂ ਵੱਡੀ ਹੋ ਸਕਦੀ ਹੈ ਜਾਂ ਫਿਰ 0 ਦੇ ਇਕੁਅਲ ਆ ਸਕਦੀ ਆ। ਠੀਕ ਹੈ ਜੀ, ਠੀਕ ਹੈ ਜੀ। ਹੁਣ ਤੁਸੀਂ ਇੱਥੋਂ ਤੱਕ ਤਾਂ ਕੌਨਸੈਪਟ ਵੀ ਸਮਝ ਲੱਗਿਆ। ਪਹਿਲੋਂ ਕੀ ਆ ਕਿ ਆਪਾਂ ਨੂੰ ਕੋਈ ਵੀ ਇਨਇਕੁਏਸ਼ਨ ਗਿਵਨ ਆ, ਆਪਾਂ ਉਹਨੂੰ ਇਕੁਏਸ਼ਨ 'ਚ ਲੈ ਕੇ ਕੀ ਕਰਨਾ? ਪੁਆਇੰਟਸ ਫਾਈਂਡ ਕਰਨੇ ਆ। ਇੱਕ ਵਾਰੀ x 0 ਰੱਖ ਦਿਓ, y ਦਾ ਆਨਸਰ ਆ ਜਾਣਾ, y 0 ਰੱਖ ਦਿਓ, x ਦਾ ਆਨਸਰ ਆ ਜਾਣਾ। 2 ਪੁਆਇੰਟਸ ਮਿਲੇ। 2 ਪੁਆਇੰਟਸ ਤੋਂ ਆਪਾਂ ਕੀ ਬਣਾਤਾ? ਗ੍ਰਾਫ ਡਰੋ ਕਰਤਾ। ਬਟ ਫਿਰ ਜਿਹੜਾ ਮੇਨ ਪੁਆਇੰਟ ਆਉਣਾ ਆ ਇੰਨੇ ਗ੍ਰਾਫ ਤੋਂ ਬਾਅਦ 'ਚ, ਗ੍ਰਾਫਿਕਲ ਪੋਰਸ਼ਨ ਤੋਂ ਬਾਅਦ 'ਚ ਜਿਹੜਾ ਮੇਨ ਪੁਆਇੰਟ ਆਉਣਾ ਕਿ ਤੁਸੀਂ ਜਿਹੜੀ ਤੁਹਾਨੂੰ ਲਾਈਨ ਗਿਵਨ ਆ ਇਹਦੀ ਇੱਧਰਲੀ ਸਾਈਡ ਜਾਂ ਫਿਰ ਦੂਸਰੀ ਸਾਈਡ ਤੋਂ ਤੁਸੀਂ ਪੁਆਇੰਟ ਚੱਕਣਾ ਕੋਈ ਵੀ। ਆਪਾਂ ਇਹਦੀ ਇੱਧਰਲੀ ਸਾਈਡ ਤੋਂ 0 0 ਪੁਆਇੰਟ ਚੱਕ ਲਿਆ। ਹੁਣ ਜਦੋਂ ਮੈਂ 0 0 'ਚ ਪੁੱਟ ਕਰਵਾਇਆ ਆਪਣੀ ਇਨਇਕੁਏਸ਼ਨ 'ਚ, ਇਕੁਏਸ਼ਨ 1 ਆ ਨਾ, ਇਨਇਕੁਏਸ਼ਨ 'ਚ ਜਦੋਂ ਮੈਂ ਉਹਨੂੰ ਪੁੱਟ ਕਰਵਾਇਆ ਤਾਂ ਮੇਰਾ ਆਨਸਰ ਉਹਨੇ ਕੀ ਦਿੱਤਾ? ਟਰੂ। ਠੀਕ ਆ, ਜਿਸ ਸਾਈਡ ਮੈਂ ਇੱਧਰਲੀ ਸਾਈਡ ਤੋਂ ਚੁੱਕਿਆ, ਇੱਧਰ ਆ ਨਾ ਮੇਰਾ 0 0, ਆ ਲਾਈਨ ਤੋਂ ਇੱਧਰਲੀ ਸਾਈਡ ਮੈਂ ਚੱਕਿਆ 0 0, ਤਾਂ ਜਿਸ ਸਾਈਡ ਟਰੂ ਹੋਊਗਾ ਨਾ ਆਨਸਰ, ਉੱਧਰ ਆਪਾਂ ਕੀ ਕਰਦਾ? ਜਿਹੜਾ ਮੇਰਾ ਰੀਜ਼ਨ ਆ ਨਾ ਉਹਨੂੰ ਸ਼ੇਡ ਕਰ ਦੇਣਾ। ਸ਼ੇਡ ਇਨ ਦਾ ਸੈਂਸ ਤੁਸੀਂ ਪੈਨਸਲ ਨਾ ਕਰਨਾ। ਠੀਕ ਹੈ ਜੀ, ਤੁਸੀਂ ਇੱਥੇ ਐਰੋ ਵੀ ਬਣਾ ਸਕਦੇ ਹੋ ਕਿ ਤੁਸੀਂ ਇੱਧਰਲਾ ਜਿਹੜਾ ਰੀਜ਼ਨ ਆ ਉਹਨੂੰ ਸ਼ੇਡ ਕੀਤਾ। ਕਿਉਂ? ਕਿਉਂਕਿ ਤੁਸੀਂ ਇੱਧਰਲੀ ਸਾਈਡ ਤੋਂ ਪੁਆਇੰਟ ਚੁੱਕਿਆ, ਤੁਸੀਂ ਇੱਧਰਲੀ ਸਾਈਡ ਤੋਂ ਥੋੜ੍ਹੀ ਨਾ ਪੁਆਇੰਟ ਚੁੱਕਿਆ, ਤੁਸੀਂ ਕਿੱਧਰੋਂ ਚੁੱਕਿਆ? ਇੱਧਰੋਂ। ਤਾਂ ਇੱਧਰਲੀ ਸਾਈਡ ਤੋਂ ਜਦੋਂ ਤੁਸੀਂ ਪੁਆਇੰਟ ਚੱਕਿਆ 0 0, ਉਹਨੇ ਕੀ ਦਿੱਤੀ? ਇਕੁਏਸ਼ਨ ਦਾ ਆਨਸਰ ਟਰੂ ਦੇਤਾ। ਦੈਨ ਇਟ ਮੀਨਸ ਜਿੱਧਰਲੀ ਸਾਈਡ ਟਰੂ ਆ ਨਾ, ਤੁਸੀਂ ਉੱਧਰਲੀ ਸਾਈਡ ਰੀਜ਼ਨ ਨੂੰ ਕੀ ਕਰਦਾ? ਸ਼ੇਡ। ਠੀਕ ਹੈ ਜੀ, ਆਹ ਦੇਖੋ
ठीक है जी। ਪੈਨਸਿਲ ਨਾਲ ਤੁਸੀਂ ਇੱਧਰਲੀ ਸਾਈਡ ਸ਼ੇਡ ਕਰ ਦੇਣੀ ਆ। ਇੰਨਾ ਸਮਝ ਲੱਗਿਆ? ਇੰਨਾ ਸਮਝ ਲੱਗਿਆ? ਠੀਕ ਹੈ ਜੀ। ਫਿਰ ਲਾਸਟ 'ਚ ਤੁਸੀਂ ਬੁੱਕ 'ਚ ਦੇਖ ਲਈਓ ਲਾਈਨਸ ਗਿਵਨ ਹੋਣਗੀਆਂ, ਸ਼ੇਡਡ ਰੀਜ਼ਨ ਇਜ਼ ਦਾ ਡਿਜ਼ਾਇਰਡ ਰੀਜ਼ਨ। ਇੰਨਾ ਕੀ ਸਮਝ ਲੱਗਿਆ? ਮੈਂ ਬੋਲਿਆ ਸੀ ਨਾ ਈਜ਼ੀ ਹੈ, ਜਸਟ ਇੱਕ ਕਨਸੈਪਟ ਧਿਆਨ ਨਾਲ ਸਮਝਿਓ। ਪਹਿਲੋਂ ਕੀ ਆਪਾਂ ਨੂੰ ਇਨਇਕੁਏਸ਼ਨ ਗਿਵਨ ਆ, ਉਹਨੂੰ ਮੈਂ ਇਕੁਏਸ਼ਨ ਮਤਲਬ ਇਜ਼ ਇਕੁਅਲ ਟੂ ਲਾਣਾ। ਇਜ਼ ਇਕੁਅਲ ਟੂ ਲਾ ਕੇ ਮੈਂ ਐਕਸ ਔਰ ਵਾਈ ਦੀਆਂ ਵੈਲਿਊਜ਼ 0 0 ਪੁੱਟ ਕਰਕੇ ਆਂਸਰਸ ਲੈ ਲੈਣੇ। 2 ਪੁਆਇੰਟਸ ਆ ਗਏ, ਉਹਨਾਂ ਤੋਂ ਮੈਂ ਗ੍ਰਾਫ ਡਰॉ ਕੀਤਾ। ਗ੍ਰਾਫ ਡਰॉ ਕਰਨ ਤੋਂ ਬਾਅਦ ਮੇਨ ਪੁਆਇੰਟ ਆ ਕਿ ਸ਼ੇਡਡ ਰੀਜ਼ਨ ਕਿੱਧਰੋਂ ਲੈਣਾ। ਫਿਰ ਤੁਸੀਂ ਜਿਹੜੀ ਲਾਈਨ ਆਈ ਆ ਨਾ, ਉੱਧਰੋਂ ਤੁਸੀਂ ਦੇਖਣਾ ਕਿ ਤੁਸੀਂ ਕਿੱਧਰੋਂ ਆਂਸਰ ਚੱਕਣੇ ਆ, ਪੁਆਇੰਟਸ ਜਿਹੜੇ ਆ ਉਹ ਕਿੱਧਰੋਂ ਲੈਣੇ, ਇੱਧਰਲੀ ਸਾਈਡ ਤੋਂ ਜਾਂ ਫਿਰ ਲਾਈਨ ਦੀ ਤੀਸਰੀ ਸਾਈਡ ਤੋਂ। ਠੀਕ ਹੈ ਜੀ। ਆਪਾਂ ਲੈ ਲਿਆ 0 0 ਕਿਉਂਕਿ ਇਹ ਪੋਸੀਬਲ ਆ। ਕਿਉਂਕਿ ਇਹ ਮੇਨ ਲਾਈਨ 'ਤੇ ਨਹੀਂ ਆ ਰਿਹਾ, ਮੇਨ ਲਾਈਨ ਮੇਰੀ ਆਹ ਵਾਲੀ ਆ। ਠੀਕ ਹੈ ਜੀ। ਤਾਂ ਆਪਾਂ 0 0 ਲੈ ਲਿਆ। ਜਦੋਂ ਮੈਂ 0 0 ਪੁੱਟ ਕਰਵਾਇਆ, ਆਂਸਰ ਕੀ ਹੋ ਗਿਆ ਮੇਰਾ? ਟਰੂ। ਤਾਂ ਜਦੋਂ ਆਂਸਰ ਟਰੂ ਆ, ਜਿੱਧਰਲੀ ਸਾਈਡ ਦਾ ਆਂਸਰ ਟਰੂ ਆ, ਉੱਧਰ ਆਪਾਂ ਕੀ ਕਰ ਦੇਣਾ ਰੀਜ਼ਨ ਨੂੰ? ਸ਼ੇਡ। ਠੀਕ ਹੈ ਜੀ। ਸਮਝ ਲੱਗੀ? ਹੁਣ ਆ ਗਿਆ ਇੱਕ ਹੋਰ ਮੇਨ ਪੁਆਇੰਟ ਕਿ ਮੈਂ ਇੱਥੇ ਆ ਸਟ੍ਰੇਟ ਲਾਈਨ ਸ਼ੋ ਕਰਨੀ ਆ ਜਾਂ ਫਿਰ ਮੈਂ ਡਾਟਡ ਲਾਈਨ ਸ਼ੋ ਕਰਨੀ ਆ। ਠੀਕ ਹੈ ਜੀ। 2 ਕੰਮ ਆ ਇੱਥੇ ਵੀ ਕਿ ਸਟ੍ਰੇਟ ਲਾਈਨ ਸ਼ੋ ਕਰਨੀ ਆ ਜਾਂ ਫਿਰ ਡਾਟਡ ਲਾਈਨ ਸ਼ੋ ਕਰਨੀ ਆ। ਤਾਂ ਦੇਖਦੇ ਹਾਂ। ਹੁਣ ਦੇਖੋ, ਤੁਸੀਂ ਡਾਟਡ ਲਾਈਨ ਕਿਸ ਟਾਈਮ ਸ਼ੋ ਕਰਨੀ ਆ? ਡਾਟਡ ਲਾਈਨ ਤੁਹਾਡੀ ਉਦੋਂ ਹੀ ਸ਼ੋ ਹੋਊਗੀ ਜਦੋਂ ਤੁਹਾਡੇ ਕੋਲ ਮਤਲਬ ਇਕੁਏਸ਼ਨ ਦੇ ਵਿੱਚ ਜਸਟ ਲੈਸ ਔਰ ਗ੍ਰੇਟਰ ਦਾ ਸਾਈਨ ਗਿਵਨ ਹੋਏਗਾ। ਤਾਂ ਤੁਸੀਂ ਉਦੋਂ ਕੀ ਸ਼ੋ ਕਰ ਦੇਣੀ ਆ? ਡਾਟਡ ਲਾਈਨ। ਠੀਕ ਆ। ਬਟ ਜਦੋਂ ਇਨ ਇਕੁਏਸ਼ਨ ਦੇ ਨਾਲ ਤੁਹਾਨੂੰ ਗ੍ਰੇਟਰ ਦੇ ਨਾਲ ਇਕੁਅਲ ਜਾਂ ਫਿਰ ਲੈਸ ਦੇ ਨਾਲ ਇਕੁਅਲ ਟੂ ਦਾ ਸਾਈਨ ਮਿਲ ਗਿਆ, ਉਦੋਂ ਤੁਸੀਂ ਕਿਹੜੀ ਲਾਈਨ ਪਾਉਣੀ ਆ? ਸਟ੍ਰੇਟ। ਡਿਫਰੈਂਸ ਸਮਝ ਲੱਗਿਆ? ਹੁਣ ਜਿਹੜਾ ਆਪਾਂ ਵਾਲਾ ਸਮ ਕੀਤਾ ਸੀਗਾ, ਇਹਦੇ ਵਿੱਚ ਇਕੁਏਸ਼ਨ 'ਚ ਕੀ ਲੱਗਦਾ ਸੀਗਾ? ਗ੍ਰੇਟਰ ਦੇ ਨਾਲ ਇਕੁਅਲ ਦਾ ਸਾਈਨ ਲੱਗਿਆ। ਇਟ ਮੀਨਸ ਮੇਰੀ ਜਿਹੜੀ ਆ ਲਾਈਨ ਡਰॉ ਹੋਈ ਹੈ ਇਹ ਸਟ੍ਰੇਟ ਲਾਈਨ ਡਰॉ ਹੋਈ ਆ। ਠੀਕ ਹੈ ਜੀ। ਬਟ ਅਗਰ ਉਹ ਜਸਟ ਮੈਨੂੰ ਗ੍ਰੇਟਰ ਔਰ ਲੈਸ ਦਾ ਸਾਈਨ ਦੇ ਦਿੰਦਾ ਤਾਂ ਮੇਰੀ ਲਾਈਨ ਕਿਹੜੀ ਡਰॉ ਹੋਣੀ ਸੀ? ਡਾਟਡ। ਇੰਨੀ ਕੁ ਗੱਲ ਯਾਦ ਰੱਖਣੀ ਆ, ਔਰ ਇਹ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਸਟਾਰਟਿੰਗ 'ਚ ਯਾਦ ਰੱਖਣੀ ਪੈਣੀ ਆ। ਠੀਕ ਹੈ ਜੀ। ਇਕੁਏਸ਼ਨ ਤੋਂ ਦੇਖ ਕੇ ਪਤਾ ਚੱਲ ਜਾਣਾ ਹੈ ਕਿ ਡਾਟਡ ਲਾਈਨ ਲਾਣੀ ਆ ਜਾਂ ਸਟ੍ਰੇਟ ਲਾਈਨ ਲਾਣੀ ਆ। ਸਟ੍ਰੇਟ ਕਦੋਂ? ਜਦੋਂ ਇਕੁਅਲ ਟੂ ਦਾ ਸਾਈਨ ਆ ਜਾਊਗਾ। ਇਕੁਅਲ ਟੂ ਦਾ ਸਾਈਨ ਮਤਲਬ ਕਿ ਮੈਂ ਇਸ ਲਾਈਨ ਨੂੰ ਇਨਕਲੂਡ ਕਰ ਰਹੀ ਹਾਂ। ਔਰ ਡਾਟਡ ਦਾ ਮਤਲਬ ਜਿਹੜੀ ਲੈਸ ਦੈਨ ਆ ਜਾਂ ਫਿਰ ਗ੍ਰੇਟਰ ਦੈਨ ਆ, ਇਹਦਾ ਮਤਲਬ ਕੀ ਆ ਕਿ ਮੈਂ ਇਸ ਲਾਈਨ ਨੂੰ ਇਨਕਲੂਡ ਨਹੀਂ ਕਰ ਰਹੀ। ਠੀਕ ਹੈ ਜੀ। ਇੰਨੀ ਚੀਜ਼ ਸਮਝ ਲੱਗੀ? ਜਦੋਂ ਸਿਰਫ ਆਹ 2 ਸਾਈਨ ਆ ਤਾਂ ਡਾਟਡ ਲਾਈਨਸ, ਜਦੋਂ ਉਹਨਾਂ ਦੇ ਨਾਲ ਇਜ਼ ਇਕੁਅਲ ਟੂ ਦਾ ਸਾਈਨ ਵੀ ਲੱਗ ਗਿਆ ਤਾਂ ਸਟ੍ਰੇਟ ਲਾਈਨ। ਇੰਨੀ ਗੱਲ ਸਮਝ ਲੱਗੀ? ਠੀਕ ਹੈ ਜੀ। ਇੱਕ ਮੈਂ ਗੱਲ ਹੋਰ ਬੋਲੀ ਸੀ, ਦੇਖੋ, ਐਕਸ ਐਕਸਿਸ ਵਾਈ ਐਕਸਿਸ। ਠੀਕ ਹੈ ਜੀ। ਮੈਂ ਕੀ ਬੋਲਿਆ ਸੀਗਾ ਕਿ ਆਪਣਾ ਇੱਥੇ ਕੋਈ ਲਾਈਨ ਆ ਜਾਂਦੀ ਹੈ, ਤੁਸੀਂ ਇੱਧਰੋਂ ਪੁਆਇੰਟ ਚੁੱਕ ਲਓ। 0 0 ਆਪਾਂ ਮੋਸਟਲੀ ਕਿਹਾ ਸੀਗਾ ਕਿ ਮੋਸਟਲੀ ਤੁਸੀਂ 0 0 ਹੀ ਪਿਕ ਕਰਿਓ। ਸਪੋਜ਼ ਕਰੋ ਕਿ ਅਗਰ ਮੇਰੀ ਲਾਈਨ ਇਸ ਪੁਆਇੰਟ 'ਤੇ ਆ ਜਾਵੇ, ਆਹੀ ਹੁੰਦਾ 0 0, ਫਿਰ ਤੁਸੀਂ ਪਿਕ ਕਰੋਗੇ 0 0? ਨਹੀਂ, ਨੈਵਰ। ਕਿਉਂ? ਕਿਉਂਕਿ ਮੈਂ ਕੀ ਬੋਲਿਆ ਸੀਗਾ ਕਿ ਜਿਹੜਾ ਮੇਨ ਲਾਈਨ ਦੇ ਇਸ ਮੇਨ ਲਾਈਨ ਦੇ ਉੱਤੇ ਪੁਆਇੰਟ ਆਊਗਾ, ਤੁਸੀਂ ਉਹ ਪਿਕ ਨਹੀਂ ਕਰਨਾ, ਤੁਸੀਂ ਉਹ ਤੋਂ ਅਗਲਾ ਜਾਂ ਫਿਰ ਉਹ ਤੋਂ ਪਿਛਲਾ ਪਿਕ ਕਰਨਾ। ਸੇਮ ਚੀਜ਼ ਆ ਦੇਖੋ, ਜਿਹੜੀ ਆਹ ਲਾਈਨ ਸੀਗੀ, ਮੈਂ ਕੀ ਬੋਲਿਆ ਸੀਗਾ, ਇਹ ਤੋਂ ਇੱਧਰ ਵਾਲੇ ਜਾਂ ਫਿਰ ਇਹ ਤੋਂ ਇੱਧਰ ਵਾਲੇ ਪੁਆਇੰਟਸ ਲੈ ਲਓ, ਬਟ ਇਸ ਲਾਈਨ ਉੱਤੇ ਵਾਲੇ ਪੁਆਇੰਟਸ ਨਹੀਂ ਲੈਣੇ। ਸੇਮ ਹੁਣ ਆਪਾਂ ਕਿਹਾ ਸੀ 0 0 ਲੈ ਸਕਦੇ ਸੀ ਇੱਧਰ, ਬਿਕੋਜ਼ 0 'ਤੇ ਕੋਈ ਲਾਈਨ ਨਹੀਂ ਸੀ। ਹੁਣ ਇੱਥੇ ਹੀ 0 'ਤੇ ਲਾਈਨ ਆ ਗਈ ਆ। ਤਾਂ ਇਸ ਕੰਡੀਸ਼ਨ 'ਚ ਜਦੋਂ ਮੇਰਾ ਜਿਹੜਾ ਗ੍ਰਾਫ ਆ ਉਹ ਮੇਨ 0 0 'ਤੇ ਹੀ ਕੱਟ ਕੇ ਬਣੇ, ਤਾਂ ਉਸ ਟਾਈਮ ਜਿਹੜਾ ਤੁਸੀਂ ਥਰਡ ਮੇਨ ਪੁਆਇੰਟ ਲੈਣਾ ਸੀਗਾ, ਉੱਥੇ ਤੁਸੀਂ 0 0 ਨਹੀਂ ਲਓਗੇ। ਤੁਸੀਂ 0 ਤੋਂ ਇੱਧਰੋਂ ਕੁਛ ਪੁਆਇੰਟ ਚੱਕੋਗੇ ਜਾਂ ਫਿਰ ਤੁਸੀਂ ਇੱਧਰੋਂ ਪੁਆਇੰਟ ਚੱਕ ਕੇ ਇਕੁਏਸ਼ਨ ਨੂੰ ਟਰੂ ਫਾਲਸ ਕਰ ਸਕਦੇ ਹੋ। ਉੱਥੇ ਤੁਸੀਂ 0 0 ਨਹੀਂ ਚੱਕ ਸਕਦੇ। ਠੀਕ ਹੈ ਜੀ। ਬਿਕੋਜ਼ ਜਿਹੜੀ ਤੁਹਾਡੀ ਮੇਨ ਲਾਈਨ ਬਣ ਗਈ ਗ੍ਰਾਫ ਦੀ, ਉਹਦੇ ਤੋਂ ਕੋਈ ਵੀ ਤੁਸੀਂ ਪੁਆਇੰਟ ਨਹੀਂ ਲੈਣਾ। ਇੰਨੀ ਗੱਲ ਕਲੀਅਰ ਹੋਈ? ਠੀਕ ਹੈ ਜੀ। ਹੁਣ ਇਹ ਵੀ ਕਲੀਅਰ ਹੋ ਗਿਆ ਕਿ ਡਾਟਡ ਕਿੱਥੇ ਲੱਗਣਗੇ ਔਰ ਸਟ੍ਰੇਟ ਲਾਈਨਸ ਕਿੱਥੇ ਲੱਗਣਗੀਆਂ। ਹੁਣ ਦੇਖੋ, ਇਸ ਸਮ ਦੇ ਵਿੱਚ ਉਹਨਾਂ ਨੇ ਡਾਟਡ ਲਾਈਨ ਦਿੱਤੀ ਹੈ। ਕਿਉਂ? ਕਿਉਂਕਿ ਜਿਹੜੀ ਮੇਰੀ ਇਕੁਏਸ਼ਨ ਆ ਉਹਦੇ ਵਿੱਚ ਜਸਟ ਕਿਹੜਾ ਸਾਈਨ ਆ? ਲੈਸ ਦੈਨ ਦਾ, ਮਤਲਬ ਨਾਲ ਕੋਈ ਵੀ ਇਕੁਅਲ ਟੂ ਦਾ ਸਾਈਨ ਨਹੀਂ ਹੈ ਨਾ, ਦੈਟਸ ਵਾਈ ਕਿਹੜੀ ਲਾਈਨ ਲੱਗੀ? ਡਾਟਡ। ਠੀਕ ਹੈ ਜੀ। ਤਾਂ ਗ੍ਰਾਫ ਆਫ ਐਨ ਇਨ ਇਕੁਏਸ਼ਨ ਦਾ ਸਮਝ ਲੱਗਿਆ ਕਿ ਤੁਹਾਡੇ ਕੋਲ ਕੋਈ ਵੀ ਇਨ ਇਕੁਏਸ਼ਨ ਗਿਵਨ ਹੋਊਗੀ, ਤੁਸੀਂ ਪਹਿਲਾਂ ਉਹਨੂੰ ਇਕੁਏਸ਼ਨ ਲੈਣਾ ਆ, ਪੁਆਇੰਟਸ ਕਰਨੇ ਆ, ਫਿਰ ਤੁਸੀਂ ਦੇਖਣਾ ਹੈ ਕਿ ਲੈਸ ਆ, ਇਕੁਅਲ ਟੂ ਆ, ਕਿਸ ਤਰ੍ਹਾਂ ਦੀ ਇਨ ਇਕੁਏਸ਼ਨ ਗਿਵਨ ਆ, ਡਾਟਡ ਲਾਈਨ ਪਾਉਣੀ ਆ ਜਾਂ ਸਟ੍ਰੇਟ ਲਾਈਨ ਪਾਉਣੀ ਆ। ਇਹਨਾਂ ਕਨਸੈਪਟ ਕਰਨ ਤੋਂ ਬਾਅਦ ਕੀ ਆ, ਤੁਹਾਡਾ ਮੇਨ ਥਰਡ ਪੁਆਇੰਟ ਆਉਂਦਾ ਆ ਕਿ ਤੁਸੀਂ ਪੁਆਇੰਟ ਚੱਕਣਾ ਲਾਈਨ ਤੋਂ ਇੱਧਰਲੀ ਸਾਈਡ ਦਾ। ਮੋਸਟ ਆਫ ਤੁਸੀਂ ਆਲਵੇਜ਼ 0 0 ਹੀ ਪਿਕ ਕਰੋਗੇ। ਠੀਕ ਹੈ ਜੀ। ਆਪਾਂ 0 0 ਚੱਕਿਆ, ਇਕੁਏਸ਼ਨ ਦੇ ਵਿੱਚ ਇਨ ਇਕੁਏਸ਼ਨ ਦੇ ਵਿੱਚ ਪੁੱਟ ਕਰਵਾਇਆ, ਦੇਖਣਾ ਹੈ ਕਿ ਸੈਟਿਸਫਾਈ ਕਰਦਾ ਕਿ ਨਹੀਂ। ਅਗਰ ਸੈਟਿਸਫਾਈ ਕਰ ਗਿਆ, ਆਂਸਰ ਇਜ਼ ਟਰੂ, ਤਾਂ ਫਿਰ ਜਿੱਦਾਂ ਨੂੰ ਟਰੂ ਆ ਉੱਧਰ ਨੂੰ ਆਪਾਂ ਰੀਜ਼ਨ ਕੀ ਕਰ ਦੇਣਾ? ਸ਼ੇਡ। ਠੀਕ ਹੈ ਜੀ। ਚਲੋ, ਇਹ ਤਾਂ ਹੋ ਗਿਆ 6B। ਸਿੰਪਲ ਸੀ, ਈਜ਼ੀ ਸੀ, ਹੈ ਨਾ, ਬਸ ਇੰਨਾ ਕੀ ਪੁਆਇੰਟ ਸੀ। ਹੁਣ ਜਿਹੜੀ ਮੇਰੀ 6C ਆ ਉਹ ਵੀ ਸੇਮ ਆ। ਐਕਸਰਸਾਈਜ਼ ਆ ਜੋ ਆਪਣੀ 6.3 ਉਹ ਵੀ ਸੇਮ ਆ।
ਇਸ ਵਿੱਚ ਵੀ ਕੀ ਆ ਕਿ ਤੁਸੀਂ ਗ੍ਰਾਫਿਕਲੀ ਸ਼ੋ ਕਰਨਾ ਆ, ਠੀਕ ਆ, ਜੋ ਤੁਸੀਂ 6.2 ਦੇ ਵਿੱਚ ਕਰਕੇ ਹਟੇ ਹੋ ਗ੍ਰਾਫਿਕਲੀ ਸ਼ੋ ਕਰਨਾ ਆ, ਠੀਕ ਆ ਜੀ, ਰੀਜ਼ਨ ਨੂੰ ਸ਼ੇਡ ਕਰਨਾ ਆ, ਠੀਕ ਆ। ਬਟ ਇਹਦੇ ਵਿੱਚ ਸਿਰਫ ਡਿਫਰੈਂਸ ਕੀ ਆ ਕਿ ਤੁਹਾਨੂੰ ਜਿਹੜੀ ਤੁਸੀਂ 6.2 ਕੀਤੀ ਉਹਦੇ ਵਿੱਚ ਤੁਹਾਨੂੰ ਸਿਰਫ ਇੱਕ ਇਨਇਕੁਏਸ਼ਨ ਦਿੰਦੇ ਸੀ, ਬਟ ਜਿਹੜੀ 6.3 ਆ ਨਾ ਉਹਦੇ ਵਿੱਚ ਤੁਹਾਨੂੰ 3 4 ਇਨਇਕੁਏਸ਼ਨਸ ਦੇ ਦੇਣੀਆਂ। ਇਹਦਾ ਮਤਲਬ ਕੀ ਆ ਕਿ ਮੈਂ 3 4 ਇਨਇਕੁਏਸ਼ਨਸ ਨੂੰ ਸੋਲਵ ਕਰਨਾ ਹੈ, ਫਿਰ ਉਹਨਾਂ ਦਾ ਇੱਕ ਹੀ ਗ੍ਰਾਫ 'ਤੇ ਸਾਰੀਆਂ ਲਾਈਨਸ ਡਰੋ ਕਰਨੀਆਂ ਆ, ਫਿਰ ਜਿਹੜਾ ਉਹਨਾਂ ਦਾ ਕਾਮਨ ਪਾਰਟ ਹੋਊਗਾ ਉਹਨੂੰ ਸ਼ੇਡ ਕਰਨਾ ਹੈ, ਬਾਕੀ ਉਹਨੂੰ ਜਸਟ ਕਾਮਨ ਪਾਰਟ ਨੂੰ, ਠੀਕ ਆ। ਚਲਿਏ ਕਰਕੇ ਦੇਖਦੇ ਹਾਂ। ਆ ਦੇਖੋ ਆਪਾਂ ਨੂੰ ਇੱਕ ਤੋਂ ਬਾਅਦ ਪਹਿਲਾਂ ਜਿਹੜੀ ਮੇਰੀ 6th B ਸੀ ਉਹਦੇ ਵਿੱਚ ਸਿਰਫ ਇੱਕ ਇਨਇਕੁਏਸ਼ਨ ਦਿੱਤੀ ਹੁੰਦੀ ਸੀ, ਆਪਾਂ ਉਹਨੂੰ ਸੋਲਵ ਆਊਟ ਕਰਕੇ ਗ੍ਰਾਫ ਬਣਾ ਲੈਂਦੇ ਸੀ, ਬਟ ਇਹਦੇ ਵਿੱਚ ਕਿੰਨੀਆਂ ਦੇ ਦਿੱਤੀਆਂ ਹੁਣ 3 ਦੇ ਦਿੱਤੀਆਂ, ਠੀਕ ਹੈ ਜੀ। ਹੁਣ ਫਸਟ ਆਫ ਆਲ ਇਹਨਾਂ ਨੂੰ ਆਪਾਂ ਸੋਲਵ ਆਊਟ ਕਰਦੇ ਹਾਂ। ਪਹਿਲਾਂ ਦੇਖੋ ਪਹਿਲੀ ਆ 5x + 4y ਲੈਸ ਦੈਨ ਔਰ ਇਕੁਅਲ ਟੂ 40 ਆ, ਬਟ ਜਦੋਂ ਮੈਂ ਇਹਨਾਂ ਦੇ ਪੁਆਇੰਟਸ ਸੋਲਵ ਆਊਟ ਕਰਨੇ ਆ ਫਿਰ ਮੈਨੂੰ ਇਕੁਏਸ਼ਨ 'ਚ ਇਜ਼ ਇਕੁਅਲ ਟੂ ਲਾਉਣਾ ਪੈਣਾ, ਠੀਕ ਹੈ ਜੀ। ਦੈਨ ਸੈਕਿੰਡ x is equal to 2, then y is equal to 3। ਇਹ ਤੋਂ ਡਾਇਰੈਕਟ ਪਤਾ ਹੈ ਕਿ x ਦਾ 2 ਆ, y ਦਾ 3 ਆ। ਮੇਨ ਮੈਂ ਸੋਲਵ ਆਊਟ ਕਰਨੀ ਆ ਫਸਟ, ਨੰਬਰਿੰਗ ਕਰ ਦਿਓ ਇਹਨਾਂ ਦੋਨਾਂ ਦਾ, ਤਾਂ ਮੈਨੂੰ ਪਤਾ ਚੱਲ ਜਾਣਾ ਗ੍ਰਾਫ ਮੇਰਾ ਡਿਪੈਂਡ ਕਰੂਗਾ ਮੇਨ ਇਹਦੇ 'ਤੇ, ਕਿਉਂਕਿ ਇਹ ਤਾਂ ਮੈਨੂੰ ਪਤਾ ਹੀ ਹੈ ਸਿੱਧਾ x ਨੂੰ 2 'ਤੇ ਟੱਚ ਕਰ ਦੂੰਗੀ, y ਨੂੰ 3 'ਤੇ ਟੱਚ ਕਰ ਦੂੰਗੀ, ਬਟ ਮੇਨ ਮੇਰਾ ਫੋਕਸ ਕਿਹੜਾ ਆ ਫਸਟ ਇਕੁਏਸ਼ਨ 'ਤੇ, ਠੀਕ ਹੈ ਜੀ। ਤਾਂ ਆਪਾਂ ਗ੍ਰਾਫ ਡਰੋ ਕਰਨ ਲੱਗੇ ਹਾਂ। ਲੈਟ ਅਸ ਡਰੋ ਦ ਗ੍ਰਾਫ of 5x + 4y is equal to 40 ਦਾ, ਠੀਕ ਹੈ ਜੀ। ਫਸਟ ਕੀ ਆ x ਨੂੰ 0 ਪੁੱਟ ਕਰ ਦਿਓ। ਜਦੋਂ ਮੈਂ x ਨੂੰ 0 ਪੁੱਟ ਕਰਦੀ ਹਾਂ ਤਾਂ ਕੀ ਬਣ ਜੂਗਾ ਇਨ ਇਕੁਏਸ਼ਨ 1, ਠੀਕ ਹੈ ਜੀ। तो 5 0 + 4y is equal to 40। 5 ਨੂੰ 0 ਨਾਲ ਮਲਟੀਪਲਾਈ ਕੀਤਾ, ਆਂਸਰ ਇਜ਼ 0 + 4y is equal to 40। ਮੈਂ y ਦਾ ਆਂਸਰ ਫਾइंड करना ਆ, तो y ਦੇ ਨਾਲ ਜੋ ਵੀ ਲੱਗਦਾ ਆ मल्टीप्लाई, दूसरी साइड जाके की हो गया अगे डिवाइड, आंसर इज 10, ठीक है जी। नैक्सट फॉर y 0, जो y नू 0 करना है आप, तो इक्वेशन मेरी की है इन इक्वेशन 1, इक्वेशन की सी 5x + 4y इज इक्वल टू 40। 5x + 4y नू 0 रखा 40, तो 4 नू 0 ना किया 0, 5x इज इक्वल टू 40, 40/5। आंसर इस कितना हो गया फिर 5 में कट के 8। एक्स का आंसर कितना आ गया जी मेरे को 8। जो एक्स 0 सी वाई का आंसर कितना आ गया 10, जो वाई 0 सी एक्स का आंसर आ गया 8। इन्नी गल समझ लगी। तो मेरे को ए पॉइंट किहड़ा बनया, आप की रखा सी एक्स नू 0, दैन वाई का आंसर 10, दैन मेरा बी पॉइंट एक्स का 8, वाई का 0, ठीक है जी। चलो हुण इहदे विच ग्राफ देखियो ध्यान नाल, और आ तो ये गया ए बी का। हुण एक तो मैंने पता ही सी एक्स का पॉइंट सीधा ही 2 गिवन आ, दैन वाई 3 गिवन आ की हो गया मेरी वाई एक्सिस एक्स एक्सिस, ठीक है जी। आप ईवन तो शुरू कर दें 2 4 6 8 10, इधर भी 2 4 6 8 10, इधरों थोड़ा पता ही थोड़ी नैगेटिव टर्म्स आ जानियाँ, ठीक है जी। मेरे को पॉजिटिव आ रही है तो मैं इधरले ही ड्रॉ करती हाँ। हुण देखो पहला पॉइंट की आ कि एक्स 0, वाई कितनी आ 10, ठीक है। दूसरा पॉइंट की आ कि है मेरा वाई 8, सॉरी एक्स 8, वाई की आ 0। पहला किया मेरा कि एक्स 0 आ, वाई 10 आ, दूसरा किया 8 मेरा एक्स आ, दैन 0 किया मेरा वाई, मतलब आ क्या होंगे अपने को एक्स वाई एक्स वाई, आह चीज़ हुई, मैच कर दो, मैच करती, ठीक है। आ वाले 2 पॉइंट्स तो मेरी लाइन मैच हो गई, ठीक है जी। हुण नैक्सट पॉइंट किया गया कि मेरे को एक्स की गिवन आ 2, आ देखो एक्स की गिवन आ 2, इट मीनस जी मेरी आ वाली लाइन है तो स्ट्रेट ही जाऊगी, x2 गिवन आ तो सीधा ही स्ट्रेट पॉइंट, ठीक है जी। दैन फिर नैक्सट किया वाई 3, मतलब वाई 3 आ मेरा इत्थे 2 आ, मेरा वाई इत्थे का कितने 3 आ जाऊगा, ठीक है जी। ये भी किसी ना नहीं मैच करता, जस्ट वाई एक्सिस पे आ, सीधा ड्रॉ कर दो, ठीक है। देखो आ तो मेरा एक्स एक्सिस और वाई एक्सिस पे आई सीगा, आ मेरी लाइन केड़ी आ, आ वाली मेरी पॉइंट ए दी आ, दैन आ वाले पॉइंट बी दी मैच करती। फिर नैक्सट मैनू एक्स इज इक्वल टू 2 गिवन सी,
ठीक है जी, तो ਉਹਨੂੰ ਸਟ੍ਰੇਟ ਹੀ ਡਰਾ ਕਰਤਾ। ਦੈਨ ਫਿਰ ਨੈਕਸਟ ਮੈਨੂੰ y ਇਜ਼ ਇਕੁਅਲ ਟੂ 3 ਗਿਵਨ ਸੀ, ਤਾਂ 3 ਮੇਰਾ ਇੱਥੇ ਆ ਜਾਊਗਾ, ਸਟ੍ਰੇਟ ਹੀ ਡਰਾ ਕਰਤਾ। ਮੈਂ ਕੀ ਬੋਲਿਆ ਸੀਗਾ ਕਿ ਇਹਦੇ ਵਿੱਚ ਕੀ ਆ ਕਿ ਆਪਾਂ ਨੂੰ ਜਿੰਨੀਆਂ ਇਕੁਏਸ਼ਨਸ ਦਿੱਤੀਆਂ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਸੋਲਵ ਕਰਨਾ। ਆਪਾਂ ਤਿੰਨੋਂ ਹੀ ਸੋਲਵ ਕੀਤੀਆਂ, ਤਿੰਨੋਂ ਹੀ ਸੋਲਵ ਕਰਕੇ ਆਪਾਂ ਗ੍ਰਾਫ ਡਰਾ ਕਰਤਾ। ਤਾਂ ਮੇਰਾ ਨੈਕਸਟ ਪੁਆਇੰਟ ਕੀ ਸੀਗਾ ਕਿ ਇਹਦੇ ਵਿੱਚ ਦੇਖਣਾ ਜਿਹੜਾ ਕਾਮਨ ਪਾਰਟ ਹੋਊਗਾ, ਜਿਹਦੇ ਵਿੱਚ ਤਿੰਨੋਂ ਹੀ ਲਾਈਨਸ ਟੱਚ ਕਰਨਗੀਆਂ, ਆਪਸ ਦੇ ਵਿੱਚ ਮਿਲਣਗੀਆਂ, ਉਹਨਾਂ ਦੇ ਕਾਮਨ ਪਾਰਟ ਨੂੰ ਸ਼ੇਡ ਕਰਨਾ, ਉਹਨਾਂ ਦੇ ਕਾਮਨ ਪਾਰਟ ਨੂੰ ਹੀ ਸ਼ੇਡ ਕਰਨਾ। ਠੀਕ ਆ, ਹੁਣ ਦੇਖੋ ਜਿਹੜੀ ਮੇਰੀ ਆਹ ਵਾਲੀ ਲਾਈਨ ਆ, ਆਹ ਵਾਲੀ ਲਾਈਨ ਆ 2 ਵਾਲੀ ਆ 3 ਵਾਲੀ, ਇਸ ਪਾਰਟ ਨੂੰ ਕਰ ਰਹੀ ਹੈ ਟੱਚ। ਆ ਦੇਖੋ ਇੱਥੇ ਕੱਟ ਹੋ ਰਿਹਾ, ਇੱਥੇ ਕੱਟ ਹੋ ਰਿਹਾ, ਮਤਲਬ ਮੇਰੀਆਂ ਤਿੰਨੋਂ ਲਾਈਨਸ ਇੱਥੇ ਮੈਚ ਕਰ ਰਹੀਆਂ ਆਪਸ 'ਚ। ਤਾਂ ਮੇਰਾ ਸ਼ੇਡਡ ਰੀਜ਼ਨ ਕਿਹੜਾ ਹੋ ਜਾਊਗਾ ਇਹਦੇ ਵਿੱਚ? ਆਹ ਵਾਲਾ। ਲੱਗੀ ਸਮਝ? ਤੁਸੀਂ ਇਹ ਨਹੀਂ ਕਿ ਤੁਸੀਂ ਇੱਧਰੋਂ ਸਾਰਾ ਹੀ ਸ਼ੇਡ ਰੀਜ਼ਨ ਕਰ ਦਿਓ, ਨੋ, ਇੱਧਰੋਂ ਨਹੀਂ ਸਾਰਾ ਕਰਨਾ। ਮੈਂ ਕੀ ਬੋਲਿਆ, ਜਿਹੜਾ ਕਾਮਨ ਪੁਆਇੰਟ ਹੋਊਗਾ ਇਹਨਾਂ ਦਾ, ਤਿੰਨਾਂ ਦਾ ਕਾਮਨ ਪੁਆਇੰਟ ਜਸਟ ਇੰਨਾ ਕੀ ਹੀ ਆ। ਠੀਕ ਆ, ਕਿਉਂਕਿ ਜਿਹੜਾ ਮੇਰਾ ਆਹ ਵਾਲੀ 2 ਦੀ ਲਾਈਨ ਆ ਨਾ, ਜੇ ਮੈਂ ਇੱਧਰੋਂ ਸ਼ੇਡ ਕਰੂੰਗੀ ਉਹ ਤਾਂ ਫਿਰ 2 ਵਾਲਾ ਪੁਆਇੰਟ ਸ਼ੇਡ ਹੋ ਗਿਆ, ਜੇ ਮੈਂ ਇੱਧਰੋਂ ਜਾਂ ਉੱਪਰੋਂ ਸ਼ੇਡ ਕਰੂੰਗੀ ਉਹ ਤਾਂ 3 ਵਾਲਾ ਹੋ ਗਿਆ। ਔਰ ਜਿਹੜਾ ਮੇਰਾ ਆਹ ਵਾਲਾ AB ਦਾ ਆ, ਜੇ ਮੈਂ ਇੱਧਰ ਸ਼ੇਡ ਕਰੂੰਗੀ ਉਹਦਾ ਸ਼ੇਡ ਚੱਲ ਜਾਣਾ। ਬਟ ਮੈਂ ਕੀ ਬੋਲਿਆ, ਕਾਮਨ, ਤਾਂ ਕਾਮਨ 'ਚ ਤਿੰਨਾਂ ਨੂੰ ਮਿਲਾ ਕੇ ਆਹ ਵਾਲਾ ਬਚਦਾ, ਆਹ ਵਾਲਾ ਬਚਦਾ, ਜਿਹੜਾ ਕਾਮਨ ਮੇਨ ਪਾਰਟ ਆ ਰਿਹਾ ਉਹ ਕੀ ਆ ਰਿਹਾ? ਦਿਸ। ਠੀਕ ਹੈ ਜੀ, ਅਤੇ ਤੁਸੀਂ ਜਦੋਂ ਬੁੱਕ 'ਤੇ ਵੀ ਦੇਖੋਗੇ ਉੱਥੇ ਪੈਨਸਿਲ ਨਾਲ ਪ੍ਰੋਪਰਲੀ ਡਰਾ ਹੋਇਆ ਆ, ਤੁਹਾਨੂੰ ਸਮਝ ਲੱਗੂਗਾ। ਆ ਦੇਖੋ, ਸਹੀ ਹੈ ਨਾ? ਔਰ ਇਹਦੇ ਵਿੱਚ ਆਪਾਂ ਲਾਈਨਸ ਕਿਹੜੀਆਂ ਲਈਆਂ ਹੋਈਆਂ? ਸਟ੍ਰੇਟ। ਕਿਉਂ? ਕਿਉਂਕਿ ਆਪਾਂ ਦੱਸਿਆ ਕਿ ਨਾਲ ਕੀ ਲੱਗਦਾ ਪਿਆ ਆ, ਲੈਸ ਦੈਨ ਗ੍ਰੇਟਰ ਦੈਨ ਸਾਈਨ ਦੇ ਨਾਲ ਕੀ ਲੱਗਦਾ ਪਿਆ? ਇਕੁਅਲ ਟੂ ਦਾ ਸਾਈਨ ਲੱਗਦਾ ਪਿਆ। ਔਰ ਜਿਹੜੇ ਬਾਕੀ ਇਹਦੇ ਸਾਰੇ ਥਿਓਰੈਟੀਕਲ ਪੋਰਸ਼ਨਸ ਆ ਉਹ ਤੁਸੀਂ ਸਾਰਿਆਂ ਨੇ ਲਿਖਣੇ ਹੀ ਲਿਖਣੇ ਆ। ਠੀਕ ਹੈ ਜੀ, ਬੁੱਕ 'ਚ ਮੈਂਸ਼ਨ ਆ ਔਰ ਕਰਕੇ ਆਣੇ ਆ। ਚਲੋ ਇੱਕ ਆਪਾਂ ਡੋਟਡ ਵਾਲਾ ਵੀ ਸਮ ਕਰ ਲੈਂਦੇ ਹਾਂ, ਦੇਖ ਲਓ ਡੋਟਡ ਲਾਈਨ ਦਾ। ਓਕੇ, ਦੇਖੋ 2x ਮਾਈਨਸ y ਗ੍ਰੇਟਰ ਦੈਨ 1, ਦੈਨ ਨੈਕਸਟ ਲਾਈਨ ਆ x ਮਾਈਨਸ 2y ਲੈਸ ਦੈਨ ਮਾਈਨਸ 1। ਠੀਕ ਹੈ ਜੀ, ਫਸਟ ਆਪਾਂ ਪਹਿਲੀ ਲਾਈਨ ਨੂੰ ਸੋਲਵ ਆਊਟ ਕਰਕੇ ਉਹਦਾ ਗ੍ਰਾਫ ਬਣਾਉਂਦੇ ਹਾਂ। ਇੱਕ ਹੀ ਗ੍ਰਾਫ 'ਤੇ ਹੀ ਸਾਰਾ ਕੁਛ ਡਰਾ ਕਰਨਾ। ਦੈਨ ਸੈਕਿੰਡ ਲਾਈਨ 'ਤੇ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ। ਲੈਟ ਅਸ draw the graph of ਕਿਹੜੀ ਇਕੁਏਸ਼ਨ ਦਾ? ਫਸਟ 2x ਮਾਈਨਸ y ਇਜ਼ ਇਕੁਅਲ ਟੂ 1। ਠੀਕ ਹੈ ਜੀ, ਗ੍ਰਾਫ ਡਰਾ ਕਰਨਾ ਤਾਂ a ਇਜ਼ ਇਕੁਅਲ ਟੂ ਦਾ ਸਾਈਨ ਲਾ ਕੇ ਇਕੁਏਸ਼ਨ ਬਣਾ ਕੇ ਫਿਰ ਹੀ ਆਪਾਂ ਪੁਆਇੰਟਸ ਲਾਵਾਂਗੇ। ਠੀਕ ਹੈ ਜੀ, ਫਸਟ ਲਿਖੋ ਫॉर, ਅਗਰ ਮੇਰੀ x 0 ਆ, x 0 ਆ ਇਨ ਇਕੁਏਸ਼ਨ 1, ਸਟਾਰ ਦੇ ਦਿਓ ਇਹਨੂੰ, ਕਿਉਂਕਿ 1 2 ਆਪਾਂ ਉੱਪਰ ਦਿੱਤਾ ਨਾ, ਇਨ ਇਕੁਏਸ਼ਨ ਸਟਾਰ। तो पुट करो 2 0 माइनस वाई इज इक्वल टू 1, दैन 2 ਨੂੰ 0 ਨਾਲ ਮਲਟੀਪਲਾਈ ਕੀਤਾ, 0 ਮਾਈਨਸ ਵਾਈ ਇਜ਼ ਇਕੁਅਲ ਟੂ 1, ਮਾਈਨਸ ਵਾਈ ਇਜ਼ ਇਕੁਅਲ ਟੂ 1, ਵਾਈ ਇਜ਼ ਇਕੁਅਲ ਟੂ ਮਾਈਨਸ 1। ਪੁਆਇੰਟ ਆ ਗਿਆ ਮੇਰੇ ਕੋਲ। ਇਹ ਪੁਆਇੰਟ ਕਿਹੜਾ ਆ ਗਿਆ? ਜਦੋਂ ਐਕਸ ਨੂੰ ਮੈਂ 0 ਰੱਖਿਆ ਦੈਨ ਵਾਈ ਦਾ ਆਂਸਰ ਇਜ਼ ਮਾਈਨਸ 1। ਇਨੀ ਸਮਝ ਲੱਗੀ ਗੱਲ? ਹੁਣ ਆ ਜਾਓ ਫॉर ਵਾਈ ਇਜ਼ ਇਕੁਅਲ ਟੂ 0 ਇਨ ਇਕੁਏਸ਼ਨ ਸਟਾਰ। ਠੀਕ ਹੈ ਜੀ, ਤਾਂ ਕੀ ਬਣ ਗਿਆ? 2x माइनस 0 इज़ इक्वल टू 1, 2x इज़ इक्वल टू 1, x का पॉइंट कितना आ गया? 1/2। ठीक है जी, ये मेरा नैक्सट पॉइंट किहड़ा आ रहा है? b, y सॉरी x का आंसर इज 1/2, दैन y का पॉइंट 0, ये भी आ गया। ठीक है जी, ग्राफ ले लें। तो ग्राफ से मैं ड्रॉ करते हैं, इतने मेरा 0 आ गया, इतने कितने आ जाऊगा 1/2, इतने आ जाऊगा मेरा 1, दैन माइनस 1/2, माइनस 1, माइनस 1/2, माइनस 1, पॉजिटिव 1/2, पॉजिटिव 1, वाई एक्स। ठीक है जी, हुण मेरा पहला पॉइंट सीगा ए 0 और माइनस 1, मतलब एक्स 0। ठीक है जी, दैन वाई कितनी आ गई? माइनस 1, मतलब आ हो गया मेरा ए पॉइंट। तो इतने पॉइंट प्रॉपर इदा मैंशन करना है, 0 और माइनस 1। ठीक है जी, नैक्सट बी पॉइंट की आ गया मेरा 1/2 एक्स और 0 वाई। तो मेरा वाला पॉइंट किहड़ा हो गया जी? बी, मतलब 1/2 और 0। ठीक है जी, एक आ वाला मेन पॉइंट आ गया, एक आ वाला मेन पॉइंट आ गया। तो इन्हों कर दो मैच। डॉटल लाइन वाली होगा, यस, क्योंकि ये इज इक्वल टू द साइन नहीं आ रहा ना किसी भी एक इन इक्वेशन के इतने की हो गया डॉटल लाइन तुम मैंशन कर दोगे, हो गई। ठीक है जी, हुण आ जाओ फ्रॉम इक्वेशन 2 पे, फ्रॉम इक्वेशन 2 तो वह कि ग्राफ बनाओगे तुम? ड्रॉ द ग्राफ ऑफ
ਕਿਹੜੀ ਇਕੁਏਸ਼ਨ ਆ x ਮਾਈਨਸ 2y ਇਜ਼ ਇਕੁਅਲ ਟੂ -1। ਠੀਕ ਹੈ ਜੀ। ਸੇਮ x ਨੂੰ 0 ਰੱਖੋ तो की बन जाना 0 माइनस 2y इज इक्वल टू 1, then माइनस 2y इज इक्वल टू 1, y इज इक्वल टू -1/2। वेट सॉरी मेरी मिस्टेक, माइनस आ तो माइनस ना माइनस कैंसल, पॉजिटिव से आऊगा। ठीक है जी, बिकॉज इधर दोनों साइड माइनस आ ना, तो की बन जाना -2y। वेट इन आप ऊपरली साइड ही करते हैं सारे ग्राफ। ठीक है जी। लो फॉर x इज इक्वल टू 0, अगर मेरी x 0 हो तो क्या बन गया 0 माइनस 2y इज इक्वल टू -1, माइनस 2y इज इक्वल टू -1, माइनस ना माइनस कैंसल, तो की हो गया 2y इज इक्वल टू 1, देन y का आंसर इज 1/2। तो मेरा ये पॉइंट किहड़ा बन गया इत्थे, चलो ए बी आप लै चुके सी, सी ले लो इत्थे। सी पॉइंट मेरा किहड़ा बन गया 0 और 1/2। ठीक है जी। अगर मेरी y 0 हो जाए तो की बन जाना x माइनस 2 0 -1 x, हाँ तो 0 बन गया, -1 x इज इक्वल टू -1। ठीक है जी। मेरा डी पॉइंट की बनता पाया फिर -1 और 0, मतलब जो x -1 और y की है 0। तो हम इन्होंने दोनों भी इस ग्राफ से रिप्रजेंट करवा दो। ठीक है जी। पहला सी पॉइंट की आ कि मेरी x 0 आ, दैन y कितनी आ 1/2, मतलब मेरा सी पॉइंट आ रहा है इस पॉइंट पे, आ मेरा क्या आ रहा है जी सी पॉइंट। ठीक है जी। दैन डी पॉइंट की आ एक्स कि -1, एक्स मेरा कि आ रहा है -1। वेट अपनी स्टार्टिंग तो ही मिस्टेक होगी, सॉरी। ओके, अपने पॉइंट्स निकले पे, जस्ट ग्राफ ही दोबारा ड्रॉ करना पैना। सॉरी ग्राफ वाली मिस्टेक मेरी आ, सो आई एम सॉरी। दोबारा स्टार्ट करते हैं। बाकी सारे सम सही है, जस्ट ग्राफिकली नहीं सही से। ठीक है जी। ग्राफ से रिप्रजेंटेशन गलत से 0, इतने आ गया मेरा 1/2, दैन इतने आ गया मेरा 1, -1/2 -1, -1/2 -1, 1/2 1। ठीक है जी। हुण मेरा ए पॉइंट की सी x 0 y -1, आ वाला पॉइंट ये बन गया 0 और -1 वाला पॉइंट। ठीक है जी। पहला ग्राफ सही सी, बट सीगा कि अपन जो डॉटेड लाइन्स सी ना प्रॉपरली नहीं वो मैंशन हो रही सी। ठीक है, तो कन्फ्यूजन सी, वैसे तो सही सी बट की सी डॉटेड लाइन का, तो वही कॉन्सैप्ट सही आ हूँ। चलो जी, एक पॉइंट आ गया। दैन बी पॉइंट मेरा की बोलता है कि मेरी एक्स कितनी आ 1/2, वाई कितनी 0, मतलब आ देखो हम ध्यान नाल मैं डॉट मैच करन लगी हाँ छोटा करके। पहला भी ग्राफ सेम इदा ही से ना, बट ये वो मेरा की सही नहीं से बन गया। आ देखो ये भी थोड़े उधर स्ट्रेट ही बनूगा, बट जो तुम स्केल नाल करोगे तो ये वाला पॉइंट मेरा कि आ गया 1/2 और 0 वाला। ठीक है जी। पहला ग्राफ भी सही सी, बट ये उत्ते क्लैरीफिकेशन प्रॉपर नहीं सी, मतलब क्लैरिटी नहीं सी, क्योंकि जो मेरे डॉट्स लाइन सी थोड़िया ਵੱਡੀਆਂ ਹੋਈਆਂ ਸੀ। दैट्स वाई ਹੁਣ मैं स्मॉल कर रही हाँ कि हाँ जी ਤੁਹਾਨੂੰ छोटा पार्ट समझ लग जाए, क्योंकि आप की करना ये शेड करना है रीजन। ठीक है जी, कॉमन रीजन। एक पॉइंट होया, फिर सी पॉइंट मेरा की आ कि x 0 y कितनी आ 1/2, तो ये मेरा सी पॉइंट हो गया जी। ठीक है जी। ये मेरा ए पॉइंट सी, बी पॉइंट सी, दैन ये हो गया सी। दैन डी पॉइंट किया मेरा -1, एक्स की है -1, दैन वाई की है 0, इसका मतलब आगे हो गया -1 और 0। ये मेरा किहड़ा हो गया पॉइंट डी। तो हुण इधरों मैच कर दो, जहाँ तो मैच करता सीगा आपां, हुण इनू मैच करो। दिखिए दो लाइन्स, एक आ वाली लाइन चल रही है तो दूसरी आ वाली लाइन चल रही है, और ये दोनों कित्थे मिल रही हैं इस पॉइंट पे। तो इन्हां दा शेडेड रीजन किहड़ा होगा जी इधर वाला। ठीक है जी। हाँ इतने कॉमन हो रहा पॉइंट, तो इन्हों का शेडेड रीजन किहड़ा होगा जी सारा फिर आ वाला। ठीक है जी, समझ लगी। पहले ग्राफ के मिस्टेक सी कि मैं जी डॉट लाइन से ना उन्होंने थोड़ा बड़ा पाता सीगा, दैट्स वाई फिर कि तुहानूं प्रॉपरली मैंशन नहीं, मतलब शो ही नहीं होना सी। हुण इसलिए आप दोबारा ग्राफ किया, पॉइंट्स सारे अपने सही निकले आ। ठीक है जी। तो मैं छोटिया डॉट्स लगाइया कि जिस थानू प्रॉपरली क्लीयर हो जाए कि किस पॉइंट में आप किस पॉइंट के मैच करके लाइन ड्रॉ की है। ठीक है। तो ये शेड कॉमन पॉइंट आ वाला आ गया, तो रीजन किहड़ा शेड होएगा दिस साइड का।
ठीक है जी, क्योंकि इधर तुसी शेड करोगे इधर थोड़ी ना हो जाऊगा, क्योंकि ये अपने अलग पॉइंट्स आ, ये अपने अलग पॉइंट्स आ। कॉमन पॉइंट इधर थानू किते दिख ही नहीं रहा, कॉमन इत्थे आ रहा है। ठीक है, तो आप की बोले सी कॉमन जो ये होगा ना, उन्होंने ही तुसी रीजन में शेड करना है। तो समझ लगी, दो लाइन्स आ, उन्होंने प्रॉपरली पहले सॉल्व आउट किया, पहले एक्स में 0 फिर वाई में 0, दो आंसर्स आए ने। अगेन दूसरी लाइन में एक्स 0 रखो वाई 0 रखो, अगेन आंसर्स आ जाने। दैन उन्होंने सारे आंसर्स में पॉइंट्स में आप कितने ड्रॉ करना, सिर्फ एक सिंगल ग्राफ पे। तो आप डॉटेड लाइन्स क्यों रखिया, क्योंकि इन्हों के इज इक्वल टू का साइन नहीं सहा, इन्हों की इनइक्वैलिटी जिथे इनइक्वैलिटी इज इक्वल टू ग्रेटर दैन का साइन इकट्ठा आ जाए, उत्थे तुसीं स्ट्रेट लाइन्स शो करनी। इन्नी गल समझ लगी सी। 6B और 6C ईजी आना, ठीक है, कुछ नहीं है जिस ध्यान रखना है। ठीक है जी, ये ध्यान रखना कॉमन पॉइंट का। दैन बी दे विच की है कि थानू एक लाइन ही दी हुई है, उन्होंने देखना है ट्रू आ या फॉल्स आ। तो ट्रू आ तो फिर उधरली साइड रीजन को शेड कर देना। ठीक है जी, तो ट्राई करिए हम सारे सम्स सॉल्व आउट करन दी, बहुत ईजी है, जल्दी सॉल्व हो जाने। जिस सम च प्रॉब्लम आऊगी पूछ लीए। ठीक है जी, डाउट क्लीयर हो जाएंगे। थैंक यू।